हाँ जी, गुड मॉर्निंग एवरीवन। अपने को जिहड़ा अपना सब्जेक्ट दा नेम हैगा एक्सपीरियंशियल लर्निंग पेपर नंबर 7 और उस दे विच जिहड़ा अपने को टॉपिक चल रहा सीगा कि भविख दे सिੱਖਣ ਨੂੰ अनुभवी सिੱਖਣ बनाउण दे कारण। कहण तो भाव की हैगा टॉपिक दे विच कि जिहड़ा साडा फ्यूचर हैगा फ्यूचर्स दे विच जिहड़ी साडी प्रेजेंट टाइम दे विच जो साडी लर्निंग हुंदी है सिੱਖਣ ਦੀ ਜਿਹੜੀ ਅਵਸਥਾ ਹੁੰਦੀ ਹੈਗੀ ਆ ਉਹ ਇੱਕ ਅਨੁਭਵੀ ਸਿੱਖਣ ਦੇ ਰੂਪ ਦੇ ਵਿੱਚ ਸਾਹਮਣੇ ਨਿਕਲ ਕੇ ਆਵੇ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਉਹਨਾਂ ਨੇ ਇਹੀ ਗੱਲ ਕਹੀ ਹੈ, ਕਹਿੰਦਾ ਜਿਹੜਾ ਭਵਿੱਖ ਦਾ ਸਿੱਖਣਾ ਹੈਗਾਗਾ ਉਹ ਅਨੁਭਵੀ ਜਿਹੜਾ ਸਿੱਖਣ ਹੈਗਾਗਾ ਉਹਦੇ ਬਣਾਉਣ ਦੇ ਕਾਰਨ ਕੀ ਸੀਗੇ। ਟੌਪਿਕ ਦੇ ਵਿੱਚ ਜਿਹੜੀ ਸਾਡੀ ਮੀਨਿੰਗ ਹੈਗਾਗਾ ਉਹਦੇ ਬਾਰੇ ਸਾਨੂੰ ਵਿਸਥਾਰ ਪੂਰਵਕ ਤਰੀਕੇ ਨਾਲ ਉਹਦਾ ਮੀਨਿੰਗ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ उन्होंने कहा कि ਜਿਹੜਾ ਅਨੁਭਵੀ ਸਿੱਖਣਾ ਹੈਗਾ ਨਾ ਉਹਦੇ ਬਣਾਉਣ ਦੇ ਕਾਰਨ ਕੀ ਹੋਏ ਕਿਹਦੇ ਲਈ ਭਵਿੱਖ ਦੇ ਸਿੱਖਣ ਨੂੰ। ਮਤਲਬ ਕੀ ਹੈਗਾਗਾ ਇੱਕ ਵਿਦਿਆਰਥੀ ਜੋ ਲਰਨਰ ਇੱਕ ਵਿਅਕਤੀ ਜਾਂ ਲਰਨਰ ਕੀ ਹੈਗਾਗਾ ਇੱਕ ਕਲਾਸਰੂਮ ਜਾਂ ਕਿਸੇ ਖਾਸ ਪਾਰਟਿਕੂਲਰ ਜਗ੍ਹਾ ਦੇ ਉੱਤੇ ਖਾਸ ਸਮੇਂ ਦੇ ਅਨੁਸਾਰ ਜੋ ਗਤੀਵਿਧੀਆਂ ਕਰਕੇ ਇੱਕ ਸਿੱਖਣ ਦੀ ਅਵਸਥਾ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਹੀ ਗਤੀਵਿਧੀਆਂ ਉਹਨੂੰ ਕਿਸੇ ਹੋਰ ਕਿਰਿਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨੂੰ ਕਿਰਿਆਵਾਂ ਕਰਨੀਆਂ ਪੈਣਗੀਆਂ ਗਤੀਵਿਧੀਆਂ ਸ਼ਾਮਲ ਹੋਣਾ ਪਊਗਾ ਤਾਂ ਉਹਦੀ ਪ੍ਰੈਜੈਂਟੇਸ਼ਨ ਇੱਕ ਅਨੁਭਵੀ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ। ਤਾਂ ਇਹ ਇੱਕ ਟੌਪਿਕ ਜਿਹੜਾ ਸੀਗਾ ਆਪਣਾ ਸੈਕਸ਼ਨ A ਦੇ ਵਿੱਚ ਆਪਣੇ ਕੋਲੇ ਐਕਸਪੀਰੀਐਂਸ਼ੀਅਲ ਲਰਨਿੰਗ ਜਿਹੜਾ ਸਬਜੈਕਟ ਹੈਗਾਗਾ ਉਹਦੇ ਵਿੱਚ ਆਪਣੇ ਕੋਲੇ ਟੌਪਿਕ ਚੱਲ ਰਿਹਾ ਸੀਗਾ। ਤਾਂ ਕੱਲ ਜਿਹੜਾ ਆਪਾਂ ਲਾਸਟ ਪੁਆਇੰਟ ਜਿਹੜਾ ਆਪਾਂ ਡਿਸਕਸ ਕੀਤਾ ਸੀਗਾ ਸਮ ਪੁਆਇੰਟ ਜਿਹੜਾ ਲਾਸਟ ਆਪਾਂ ਸਬ ਪੁਆਇੰਟ ਡਿਸਕਸ ਕੀਤਾ ਸੀਗਾ ਉਹ ਸੀਗਾ ਕਿ ਵਿਵਹਾਰ ਅਨੁਭਵ। ਜਿਹੜਾ ਅੱਜ ਆਪਾਂ ਹੁਣ ਟੌਪਿਕ ਦੇ ਵਿੱਚ ਸਬ ਪੁਆਇੰਟ ਜਿਹੜੇ ਸ਼ੁਰੂ ਕਰਨੇ ਹੈਗੇ ਨੇ ਉਹ ਫਸਟ ਹੈਗਾ ਇਹ ਭਵਿੱਖ ਲਈ ਲੋੜੀਂਦੇ ਕੌਸ਼ਲ। ਉਸੇ ਨੂੰ ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ। ਭਵਿੱਖ ਲਈ ਲੋੜੀਂਦੇ ਭਵਿੱਖ ਲਈ ਲੋੜੀਂਦੇ ਕੌਸ਼ਲ ਇਹ ਸਾਡੇ ਕੋਲੇ ਸਬ ਪੁਆਇੰਟ ਹੈ ਜੀ ਸਾਡੇ ਟੌਪਿਕ ਦੇ ਵਿੱਚ ਕਿ ਜਿਹੜਾ ਸਾਡਾ ਭਵਿੱਖ ਦਾ ਸਿੱਖਣਾ ਹੈਗਾ ਕਹਿੰਦੇ ਅਨੁਭਵੀ ਸਿੱਖਣ ਬਣਾਉਣ ਦੇ ਕਾਰਨ ਕਿਉਂ ਪੈਦਾ ਹੋਏ। ਉਹ ਕਾਰਨ ਕੀ ਹੈ ਕਹਿੰਦੇ ਭਵਿੱਖ ਲਈ ਲੋੜੀਂਦੇ ਕੌਸ਼ਲ। ਹੁਣ ਇਹਦੇ ਵਿੱਚ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈ ਲੈਂਦੇ ਜੀ ਆਪਾਂ। ਦੇਖੋ ਹਰ ਜਿਹੜੀ ਸਿੱਖਿਆ ਹੈਗੀ ਆ ਉਹਦਾ ਇੱਕ ਰੂਪ ਹੁੰਦਾ ਹੈਗਾ, ਇੱਕ ਵਿਵਹਾਰਿਕ ਰੂਪ ਹੁੰਦਾ ਇੱਕ ਸਿਧਾਂਤਕ ਰੂਪ ਹੁੰਦਾ ਹੈ। ਤਾਂ ਇੱਕ ਅਧਿਆਪਨ ਦੇ ਦੌਰਾਨ ਜੇਕਰ ਸਿਧਾਂਤਕ ਤੋਂ ਲੈ ਕੇ ਵਿਵਹਾਰਿਕ ਵਿਧੀ ਦੇ ਵਿੱਚ ਬੱਚਿਆਂ ਦੀ ਪ੍ਰਦਰਸ਼ਨੀ ਨੂੰ ਜਾਂ ਬੱਚਿਆਂ ਦੇ ਸਿੱਖਣ ਨੂੰ ਸ਼ਾਮਿਲ ਕਰੂਗਾ ਤਾਂ ਆਉਣ ਵਾਲੇ ਸਮਾਜ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਮਾਜ ਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਿੱਥੇ ਵੀ ਉਹ ਗਤੀਵਿਧੀਆਂ ਕਰਨਗੇ ਕਿਸੇ ਕਾਰਜ ਨੂੰ ਸੰਪੂਰਨ ਤੌਰ ਤੇ ਉਹਨੂੰ ਨਖੇੜ ਕੇ ਆਪਾਂ ਕਹਿ ਦਿੰਦੇ ਆ ਸਾਹਮਣਾ ਕਰਨਾ ਉਹਨੂੰ ਪੇਸ਼ ਕਰਨਾ ਤਾਂ ਉੱਥੇ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਅਨੁਭਵੀ ਸਿੱਖਣ ਦੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹਨ। ਤਾਂ ਸਿੱਖਣਾ ਕਹਿੰਦੇ ਅਜਿਹਾ ਹੋਣਾ ਚਾਹੀਦਾ ਹੈਗਾਗਾ ਜਿਹਦੇ ਵਿੱਚ ਸਾਡੇ ਜਿਹੜੇ ਕੌਸ਼ਲ ਜਿਹੜਾ ਹੈਗਾ ਸਾਡੇ ਕੋਲੇ ਉਹ ਕੌਸ਼ਲ ਜਿਹੜੇ ਸਾਡੀਆਂ ਕਿਰਿਆਵਾਂ ਹਨ ਉਹ ਕੀ ਹੋਣੀ ਚਾਹੀਦੀਆਂ ਹਨ ਸਾਡੀਆਂ। ਆਪਾਂ ਕਹਿ ਦਿੰਦੇ ਆ ਕਿ ਸਮਾਜ ਦੇ ਵਿੱਚ ਗਤੀਵਿਧੀਆਂ ਬਹੁਤ ਤਰੀਕੇ ਦੀਆਂ ਆਪਾਂ ਬਹੁਤ ਡਿਪਾਰਟਮੈਂਟਸ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀਆਂ ਹਨ ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਭਵਿੱਖ ਦਾ ਕੌਸ਼ਲ ਹੈਗਾਗਾ ਉਹ ਲੋੜੀਂਦੇ ਆ ਸਾਨੂੰ ਸਕਿੱਲਸ ਸਾਨੂੰ ਲੋੜੀਂਦੀਆਂ ਹਨ ਭਵਿੱਖ ਦੇ ਲਈ। ਇਹਦੇ ਵਿੱਚ ਦੇਖੋ ਆਮ ਪਰਿਵਾਰ ਦੇ ਵਿੱਚ ਆਪਾਂ ਗੱਲ ਕਰ ਲਈਏ ਕਿ ਇੱਕ ਵਿਸ਼ੇ ਦੇ ਤਹਿਤ ਸਾਨੂੰ ਖੇਤੀਬਾੜੀ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਖੇਤੀਬਾੜੀ ਵਿਸ਼ਾ ਹੋ ਗਿਆ ਜਾਂ ਇੱਕ ਡਰਾਇੰਗ ਦਾ ਵਿਸ਼ਾ ਹੋ ਗਿਆ ਜਿਹੜੇ ਪ੍ਰੈਕਟੀਕਲ ਵਿਸ਼ੇ ਨੇ ਜਾਂ ਇੱਕ ਫਿਜ਼ੀਕਲ ਦਾ ਸਬਜੈਕਟ ਹੋ ਗਿਆ ਵਿਸ਼ਾ ਜਿਹੜਾ ਕਿ ਸਾਨੂੰ ਇੱਕ ਕਿਹੜੇ ਰੂਪ ਦੇ ਵਿੱਚ ਗਿਆਨ ਦਿੰਦਾ ਹੈ ਇੱਕ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਅਨੁਭਵ ਕਰਵਾਉਂਦਾ ਹੈ ਸਾਨੂੰ ਰਿਅਲਾਈਜ਼ ਕਰਵਾਉਂਦਾ ਹੈ। ਤਾਂ ਉਹ ਸਾਡੇ ਵਿੱਚ ਕੀ ਲੈ ਕੇ ਆਉਂਦਾ ਹੈ ਸਾਡੇ ਕੌਸ਼ਲਾਂ ਦੇ ਵਿੱਚ ਕੀ ਕਰਦਾ ਹੈ ਸਾਡੀ ਇੰਪਰੂਵਮੈਂਟ ਕਰਦਾ ਹੈ ਸਾਡਾ ਵਿਕਾਸ ਕਰਦਾ ਹੈ। ਹੁਣ ਜੇਕਰ ਮੈਂ ਗੱਲ ਕਰਾਂ ਵੀ ਜਿਹੜੇ ਮੁਲਾਜ਼ਮ ਹੁੰਦੇ ਨੇ EMPLOYEE ਹੁੰਦੇ ਨੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਕੋਲੇ ਆਪਾਂ ਕਈ ਵਾਰੀ ਇਹ ਦੇਖਦੇ ਆ ਕਿ ਉਹਨਾਂ ਨੂੰ ਜੌਬ ਮਿਲ ਜਾਂਦੀ ਹੈ ਬਟ ਜਿਸ ਡੈਜ਼ਿਗਨੇਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਜੌਬ ਮਿਲੀ ਹੁੰਦੀ ਹੈ ਉਹਨਾਂ ਦੇ ਵਿੱਚ ਉਹ ਸਕਿੱਲ ਟੈਲੈਂਟਡਫੁਲ ਨਹੀਂ ਹੁੰਦੇ ਹੈਗੇ। ਸਕਿੱਲਫੁਲੀ ਹੋਣ ਦੇ ਲਈ ਪਹਿਲਾਂ ਲਰਨਰ ਹੋਣੇ ਜ਼ਰੂਰੀ ਹਨ।
कि ਜਿਹੜਾ ਭਵਿੱਖ ਦਾ ਸਿੱਖਣਾ ਹੈਗਾਗਾ ਉਹ ਅਨੁਭਵੀ ਸਿੱਖਣ ਬਣਾਉਣ ਦੇ ਕਾਰਨ ਕੀ ਹੋਏ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾਗਾ ਭਵਿੱਖ ਵਾਲਾ ਜਿਹੜਾ ਸਮਾਂ ਹੈਗਾਗਾ ਉਹਦੇ ਵਿੱਚ ਸਾਨੂੰ ਹਰ ਕਿਰਿਆਵਾਂ ਦੇ ਵਿੱਚ ਹਰ ਕਿਰਿਆ ਦੇ ਤਰੀਕੇ ਦੇ ਨਾਲ ਸਾਨੂੰ ਕੋਈ ਨਾ ਕੋਈ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣਾ ਪਊਗਾ ਜਿਹਦੇ ਸਾਨੂੰ ਇੱਕ ਸਕਾਰਾਤਮਕ ਜਾਂ ਸਾਰਥਕ ਜਿਹੜੇ ਨਤੀਜੇ ਹੈਗੇ ਨੇ ਉਹ ਸੰਪੂਰਨ ਤਰੀਕੇ ਨਾਲ ਸਾਨੂੰ ਮਿਲ ਸਕਦੇ ਹਨ। ਸੋ ਇਹ ਜਿਹੜੇ ਕਾਰਨ ਨੇ ਦੇਖੋ ਨਿੱਕੀ ਨਿੱਕੀ ਗੱਲਾਂ ਹੁੰਦੀਆਂ ਨੇ ਨੋਟ ਕਰਨ ਵਾਲੀਆਂ ਜਦੋਂ ਅਸੀਂ ਸਟੱਡੀ ਕਰ ਰਹੇ ਹੁੰਦੇ ਆ ਤਾਂ ਸਾਨੂੰ ਇਹ ਹੁੰਦਾ ਵੀ ਇੱਕ ਵਾਰੀ ਇਸ ਨੂੰ ਰੱਟਾ ਲਗਾ ਕੇ ਜਾਂ ਯਾਦ ਕਰਕੇ ਕਿਸੇ ਤਰੀਕੇ ਨਾਲ ਕਿ ਚੰਗੇ ਨੰਬਰ ਲੈ ਲਓ ਆਉਣ ਵਾਲੇ ਸਮੇਂ ਦੇ ਦੌਰਾਨ ਦੇਖਿਆ ਜਾਊਗਾ ਜਿੱਥੇ ਇਹਨਾਂ ਦੀ ਜ਼ਰੂਰਤ ਪੈਂਦੀ ਹੋਊਗੀ ਪਰ ਕਿਤੇ ਨਾ ਕਿਤੇ ਸਾਨੂੰ ਜੌਬ ਹੀ ਉਸ ਫੀਲਡ ਦੇ ਵਿੱਚ ਮਿਲ ਜਾਂਦੀ ਹੈ ਜਿੱਥੇ ਅਸੀਂ ਜੋ ਕੰਮ ਨੂੰ ਉਦੋਂ ਰੱਟਾ ਲਗਾ ਕੇ ਕਲੀਅਰ ਕੀਤਾ ਹੁੰਦਾ ਹੈ ਫਿਰ ਸਾਡੇ ਵਿੱਚ ਜਿਹੜਾ ਟੈਲੈਂਟ ਹੈਗਾ ਅਸੀਂ ਫਿਰ ਉਸ ਨੂੰ ਬਾਖੂਬੀ ਤਰੀਕੇ ਨਾਲ ਅਸੀਂ ਨਿਭਾ ਨਹੀਂ ਸਕਦੇ। ਸੋ ਜਿਹੜੇ ਆਪਾਂ ਦੇਖਿਆ ਹੈਗਾ ਕਿ ਗਵਰਨਮੈਂਟ ਜਿਹੜੇ ਦਫ਼ਤਰਾਂ ਦੇ ਵਿੱਚ ਮਤਲਬ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਜੌਬ ਤਾਂ ਕਰ ਰਹੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਐਕਚੁਅਲੀ ਜਿਹੜਾ ਹੈਗਾ ਸਕਿੱਲ ਜਿਹੜਾ ਹੈਗਾ ਟੈਲੈਂਟਡ ਹੁੰਦਾ ਜਿਹੜਾ ਉਹ ਇੱਕ ਐਜ਼ ਅ ਲਰਨਰ ਤੌਰ ਤੇ ਨਹੀਂ ਵੇਖਿਆ ਜਾਂਦਾ ਨਹੀਂ ਪਾਇਆ ਜਾਂਦਾ। ਸੋ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਲਰਨਰਸ ਦੇ ਲਈ ਜਦੋਂ ਇੱਕ ਟੀਚਰ ਦੇ ਦੌਰਾਨ ਟੀਚਿੰਗ ਦਿੱਤੀ ਜਾਂਦੀ ਹੈ ਤਾਂ ਉਹ ਇੱਕ ਅਨੁਭਵੀ ਸਿੱਖਣ ਦੇ ਰੂਪ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਭਵਿੱਖ ਦਾ ਆਉਣ ਵਾਲਾ ਜਾਂ ਭਵਿੱਖ ਦਾ ਜਿਹੜਾ ਸਮਾਂ ਹੈਗਾਗਾ ਉਹਦੇ ਵਿੱਚ ਜਿਹੜੀਆਂ ਉਹਦੀਆਂ ਕੌਸ਼ਲ ਅਵਸਥਾਵਾਂ ਹਨ ਉਹ ਸਾਨੂੰ ਜਿੰਨੀਆਂ ਵੀ ਲੋੜੀਂਦੀਆਂ ਹਨ ਉਹ ਪਹਿਲਾਂ ਐਜ਼ ਅ ਲਰਨਰ ਤੌਰ ਤੇ ਚਾਹੇ ਉਹਨੇ ਅਪ੍ਰੈਂਟਿਸਸ਼ਿਪ ਲਗਾ ਕੇ ਸਿੱਖਿਆ ਹੋਵੇ ਚਾਹੇ ਉਸਨੇ ਐਕਚੁਅਲੀ ਇੱਕ ਪਲੇਅਰ ਨੇ ਪਲੇਗਰਾਉਂਡ ਦੇ ਵਿੱਚ ਵਾਰ-ਵਾਰ ਅਭਿਆਸ ਕਰਕੇ ਸਿੱਖਿਆ ਹੋਵੇ ਐਨੀਥਿੰਗ ਐਲਸ। ਤਾਂ ਨੈਕਸਟ ਜਿਹੜਾ ਸਾਡੇ ਕੋਲੇ ਸਬ ਪੁਆਇੰਟ ਹੈਗਾ ਜੀ ਉਹ ਹੈਗਾ ਮਾਨਸਿਕਤਾ ਵਿੱਚ ਪਰਿਵਰਤਨ। ਮਾਨਸਿਕਤਾ ਵਿੱਚ ਪਰਿਵਰਤਨ ਮਾਨਸਿਕਤਾ ਵਿੱਚ परिवर्तन मानसिकता विच परिवर्तन नो डाउट कि देखो ਆਪਾਂ ਸਾਰੇ ਰੀਜ਼ਨ ਹੀ ਕਰ ਰਹੇ ਹਾਂ ਕਿ ਅਨੁਭਵੀ ਸਿੱਖਣ ਜਿਹੜਾ ਬਣਾਉਣ ਦੇ ਕਾਰਨ ਕੀ ਹੈਗੇ ਨੇ ਕਿ ਭਵਿੱਖ ਦੇ ਸਿੱਖਣ ਦੇ ਵਿੱਚ ਸ਼ਾਮਿਲ ਕਰਨਾ। ਹੁਣ ਇਹ ਕਾਰਨ ਕੀ ਹੈਗਾ ਕਹਿੰਦੇ ਮਾਨਸਿਕਤਾ ਵਿੱਚ ਪਰਿਵਰਤਨ ਨੈਚੁਰਲੀ ਗੱਲ ਹੈ ਕਿਤੇ ਨਾ ਕਿਤੇ ਸਾਨੂੰ ਮਾਨਸਿਕਤਾ ਰੂਪ ਦੇ ਵਿੱਚ ਸਾਨੂੰ ਜਿਹੜੀ ਸਾਡੀ ਮਾਈਂਡਸੈਟ ਹੁੰਦਾ ਹੈ ਕਿਤੇ ਨਾ ਕਿਤੇ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਇੱਕ ਗੱਲ ਨੋਟ ਕਰੋ ਉਦਾਹਰਨ ਦੇ ਤੌਰ ਤੇ ਉਹ ਤੁਹਾਡੇ ਨਾਲ ਵੀ ਪ੍ਰੈਕਟੀਕਲ ਹੋ ਚੁੱਕਿਆ ਹੈ। ਉਹ ਕਿਵੇਂ ਕਿ ਤੁਸੀਂ ਐਲੀਮੈਂਟਰੀ ਕਲਾਸਿਸ ਤੋਂ ਲੈ ਕੇ ਜੋ ਸਬਜੈਕਟ ਇੱਕ ਹਾਇਰ ਸੈਕੰਡਰੀ ਕਲਾਸਿਸ ਤੱਕ ਪੜ੍ਹੇ ਹਨ ਕਿਤੇ ਨਾ ਕਿਤੇ ਤੁਸੀਂ ਜਦੋਂ ਇੱਕ ਐਨੂਅਲੀ ਤੌਰ ਤੇ ਆਪਣੀ ਸਟੱਡੀ ਨੂੰ ਸ਼ੁਰੂ ਕਰਦੇ ਹੋ ਮਤਲਬ 9th ਕਲਾਸ ਪਾਸ ਕੀਤੀ 10th ਕਲਾਸ ਦੇ ਵਿੱਚ ਆ ਗਏ ਸਾਡਾ ਇੱਕ ਨਵਾਂ ਟਾਰਗੇਟ ਸਾਡਾ ਇੱਕ ਗੋਲ ਬਣ ਜਾਂਦਾ ਹੈ ਕਿ ਅਸੀਂ ਇੰਨੇ ਪਰਸੈਂਟੇਜ ਜੇਕਰ ਇਸ ਕਲਾਸ ਦੇ ਵਿੱਚੋਂ ਲਵਾਂਗੇ 10th ਕਲਾਸ ਦੇ ਵਿੱਚੋਂ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਸ਼ਿਆਂ ਦੇ ਵਿੱਚੋਂ ਹਾਸਲ ਕੀਤੇ ਹੋਏ ਅੰਕ ਹੀ ਸਾਡੀ ਮਹਾਰਤ ਜਿਹੜੀ ਹੈਗੀ ਹੈ ਉੱਥੇ ਸਾਹਮਣੇ ਮਿਲੂਗੀ। ਤਾਂ ਉਹ ਜਿਹੜੇ ਅਸੈਸਮੈਂਟ ਹੋਈ ਵੀ ਹੁੰਦੀ ਹੈ ਸਾਡਾ ਅੰਕਲਨ ਜਾਂ ਸਾਡਾ ਮਾਪਣ ਦੀ ਕਿਹੜੀ ਕਿਰਿਆ ਹੈਗੀ ਇੱਕ ਸਾਡੀ ਕਿਰਿਆਵਾਂ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੀ ਕਰਦੀ ਹੈਗੀ ਉਹ ਹੈਲਪਫੁਲੀ ਹੁੰਦੀ ਹੈ ਸਾਡੇ ਕਿਸੇ ਲਈ ਵਿਕਾਸ ਦੇ ਲਈ ਸੰਪੂਰਨ ਵਿਕਾਸ ਦੇ ਲਈ। ਹੁਣ ਅਸੀਂ ਇੱਕ ਲਗਾਤਾਰ ਡਾਇਨਾਮਿਕ ਪ੍ਰੋਸੈਸ ਦੇ ਵਿੱਚ ਚੱਲ ਰਹੇ ਹੁੰਦੇ ਆ ਕਿ ਜਿਹੜੀ ਸਾਡੀ ਲਰਨਿੰਗ ਹੁੰਦੀ ਹੈ ਉਹ ਡਾਇਨਾਮਿਕ ਪ੍ਰੋਸੈਸ ਦੇ ਵਿੱਚ ਹੁੰਦੀ ਹੈ। ਆਮ ਦੀ ਗੱਲ ਕਹੀ ਜਾਂਦੀ ਆ ਕਿ ਜਿਹੜੀ ਸਿੱਖਣ ਦੀ ਪ੍ਰਕਿਰਿਆ ਹੈ ਉਹ ਇੱਕ ਗਤੀਸ਼ੀਲ ਅਵਸਥਾ ਦੇ ਵਿੱਚ ਪਾਈ ਜਾਂਦੀ ਹੈ। ਗਤੀਸ਼ੀਲ ਅਵਸਥਾ ਦੇ ਵਿੱਚ ਉਹ ਤਾਂ ਹੀ ਪਾਈ ਜਾਂਦੀ ਆ ਕਿ ਜੋ ਪਾਸਟ ਦੇ ਵਿੱਚ ਕੀਤਾ ਸੀ ਉਹ ਪ੍ਰੈਜ਼ੈਂਟ ਦੇ ਵਿੱਚ ਕਰ ਰਹੇ ਹੈਗੇ ਉਹ ਸਾਡੀ ਪਾਸਟ 'ਚ ਕੀਤੀਆਂ ਹੋਈਆਂ ਐਕਟੀਵਿਟੀਜ਼ ਹੀ ਸਾਡੇ ਲਈ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੀ ਹਨ ਹੈਲਪਫੁਲ ਹਨ ਔਰ ਜਿਹੜੇ ਉਹਦੇ ਨਤੀਜੇ ਹੈਗੇ ਨੇ ਸਾਨੂੰ ਉਹ ਸਾਨੂੰ ਕਿੱਥੇ ਮਿਲਦੇ ਹੈਗੇ ਨੇ ਫਿਊਚਰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ। ਸੋ ਇਹ ਜਿਹੜਾ ਮਾਨਸਿਕਤਾ ਵਿੱਚ ਪਰਿਵਰਤਨ ਹੈਗਾਗਾ ਦੇਖੋ ਜਿਹੜਾ ਸਾਡਾ ਮਾਈਂਡ ਜਦੋਂ ਅਸੀਂ ਚੇਂਜ ਹੁੰਦਾ ਹੈਗਾਗਾ ਉਹਦੀ ਮਾਈਂਡ ਚੇਂਜ ਕਰਨ ਦੀ ਕੀ ਹੈਗੀ ਹੈ ਜਿਵੇਂ ਹੁਣ ਆਪਾਂ ਕਹਿ ਦਿੱਤਾ ਦੇਖੋ ਕਿ ਟੀਚਰ ਨੇ ਇੱਕ ਅਗਵਾਈ ਕਰਤਾ ਰੂਪ ਦੇ ਵਿੱਚ ਬੱਚਿਆਂ ਨੂੰ ਸੰਕੇਤ ਦੇ ਦਿੱਤਾ ਕਿ ਆਪਾਂ ਆਹ ਕਿਰਿਆਵਾਂ ਅੱਜ ਕਰਾਂਗੇ ਤਾਂ ਉਹਨਾਂ ਨੂੰ ਕਰਨ ਦੇ ਲਈ ਲਰਨਰ ਕੀ ਕਰੂਗਾ ਜੀ ਲਰਨਰਸ ਦੇ ਮਾਈਂਡ ਦੇ ਵਿੱਚ ਇੱਕ ਸੈਟਅਪ ਬਣ ਜਾਂਦਾ ਕਿ ਆਪਾਂ ਇਹ ਐਕਟੀਵਿਟੀਜ਼ ਆਪਾਂ ਨੂੰ ਕਹੀ ਗਈ ਹੈ ਉਹਦੇ ਲਈ ਆਪਾਂ ਕੀ ਪ੍ਰਯੋਗਿਕ ਕਿਰਿਆਵਾਂ ਕਰ ਸਕਦੇ ਹਾਂ ਕਿਹੜੀਆਂ ਆਪਾਂ ਇੱਕ ਪ੍ਰਦਰਸ਼ਨ ਦੇ ਵਿੱਚ ਕਿਹੜੀਆਂ ਕਿਰਿਆਵਾਂ ਨੂੰ ਆਪਾਂ ਸ਼ਾਮਲ ਕਰ ਸਕਦੇ ਹਾਂ। ਹੁਣ ਉਹ ਜੇਕਰ ਕਹਿ ਦਵੇ
एक टीचर टीचिंग के दौरान एक जदों आपां स्विमिंग पूल की गल कर लईए, स्विमिंग पूल दे विच जो एक तैराकी हुंदा हैगा जो कह लईए भी इन्ना डूंगा स्विमिंग पूल तुहाडा पूल बनया होया हैगा तां तुसीं उहदे विच इन्ने मीटर की दूरी तय करनी है इन्ने मिनटां दे विच तां ओह की उत्थे बैठे बिठाए ही सीख लूगा, ये पॉसिबल नहीं है। सो इसको पॉसिबल करने के लिए उसको क्रियावां दे विच शामिल होना पऊगा, उन्होंने अनुभव करना पऊगा, अनुभव होगा वो अनुभव सीखण दे विच शामिल होगा तो नैचुरली ਉਹਦਾ ਭਵਿੱਖ ਦਾ ਸਿੱਖਣਾ ਜਿਹੜਾ ਹੈਗਾਗਾ ਉਹਦੀ ਮਾਨਸਿਕਤਾ ਜੋ ਹੈਗੀ ਇੱਕ ਪਰਿਵਰਤਨ ਦੇ ਰੂਪ ਦੇ ਵਿੱਚ ਉਹ ਕੀ ਬਣ ਜੂਗੀ ਇੱਕ ਸਥਿਰ ਰੂਪ ਦੇ ਵਿੱਚ ਸ਼ਾਮਿਲ ਹੋ ਜੂਗੀ। ਸੋ ਸਾਨੂੰ ਬੜੀ ਵਧੀਆ ਇੱਕ ਭਵਿੱਖ ਦੇ ਸਿੱਖਣ ਦੇ ਵਿੱਚ ਸਾਨੂੰ ਇੱਕ ਵਿਸ਼ੇ ਦੇ ਤਹਿਤ ਜਾਣਕਾਰੀ ਹਾਸਲ ਹੁੰਦੀ ਹੈ ਕਿ ਜਿਹੜਾ ਅਨੁਭਵੀ ਸਿੱਖਣਾ ਹੈਗਾਗਾ ਉਹਨੂੰ ਬਣਾਉਣ ਦੇ ਲਈ ਜੋ ਸਾਡੇ ਕੋਲ ਰੀਜ਼ਨਸ ਕ੍ਰੀਏਟ ਹੋਏ ਨੇ ਐਜ਼ ਅ ਭਵਿੱਖ ਲਈ ਲੋੜੀਂਦੇ ਕੌਸ਼ਲ ਮਾਨਸਿਕਤਾ ਵਿੱਚ ਪਰਿਵਰਤਨ। ਦੇਖੋ ਕੋਈ ਵੀ ਕਾਰਜ ਕਰਨਾ ਹੋਵੇ ਤਾਂ ਸਾਡਾ ਪਹਿਲਾਂ ਮਾਈਂਡ ਸੈਟ ਹੋਣਾ ਚਾਹੀਦਾ ਹੈ, ਤਾਂ ਮਾਈਂਡ ਸੈਟ ਹੋਊਗਾ ਤਾਂ ਉਹਦੇ ਵਿੱਚ ਚੇਂਜਿੰਗਸ ਵੀ ਹੋਣਗੀਆਂ। ਕਿਤੇ ਨਾ ਕਿਤੇ ਆਪਾਂ ਕੁਝ ਨਾ ਕੁਝ ਲਿਖਣ ਲੱਗ ਜਾਂਦੇ ਨੇ, ਕੁਝ ਚੀਜ਼ਾਂ ਆਪਾਂ ਬੋਲ ਕੇ ਹੀ ਐਕਸਪਲੇਨ ਕਰ ਸਕਦੇ ਹਾਂ, ਤਾਂ ਇਹੋ ਜਿਹੀਆਂ ਜਿਹੜੀਆਂ ਪਰਿਵਰਤਨ ਕਿਰਿਆਵਾਂ ਹਨ ਤਾਂ ਸਾਡੀ ਕਿਤੇ ਨਾ ਕਿਤੇ ਗਤੀਸ਼ੀਲ ਅਵਸਥਾ ਦੇ ਵਿੱਚ ਆਉਣ ਦੇ ਲਈ ਸਾਨੂੰ ਭਵਿੱਖ ਦੇ ਸਮੇਂ ਦੇ ਵਿੱਚ ਸਾਨੂੰ ਇਹ ਕੀ ਕਰਦੀ ਹੈਗੀ ਹੈ ਇੱਕ ਅਨੁਭਵੀ ਸਿੱਖਣਾ ਕੀ ਕਰਦੀ ਸਾਨੂੰ ਤਿਆਰ ਕਰਦੀ ਹੈ। ਸੋ ਨੈਕਸਟ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ ਅਸਾਧਾਰਨ ਲਾਭ। ਅਸਾਧਾਰਨ ਲਾਭ, असाधारण लाभ। देखो जरा सारे कोले सब पॉइंट हैगा असाधारण लाभ की हैगा कहते ये व्यक्तिगत अते मतलब इंडिविजुअली तौर पे प्रभावशाली है एहसास अते भावना दे तहत, एहसास अते भावनावां, एहसास ते भावनावां, भावनावां ਇਹਦੇ ਵਿੱਚ ਸ਼ਾਮਲ ਹੁੰਦੀਆਂ ਹਨ। ਇੱਕ ਵਿਅਕਤੀਗਤ ਦੀ ਪ੍ਰਭਾਵਸ਼ੀਲਤਾ ਜਿਹੜੀ ਹੈਗੀ ਆ ਉਹ ਇੱਕ ਅਹਿਸਾਸ ਤੇ ਭਾਵਨਾਵਾਂ ਨਾਲ ਹੀ ਵੇਖੀ ਜਾ ਸਕਦੀ ਆ, ਜਿਹੜੇ ਕਿ ਜਿਹਨੂੰ ਅਸੀਂ ਇੱਕ ਅਨੁਭਵੀ ਸਿੱਖਣ ਦੇ ਵਿੱਚ ਕਿਸ ਰੂਪ ਦੇ ਵਿੱਚ ਸ਼ਾਮਲ ਕੀਤਾ ਹੈਗਾ ਅਸਾਧਾਰਨ ਲਾਭ ਦੇ ਵਿੱਚ ਸ਼ਾਮਲ ਕੀਤਾ ਹੈਗਾ। ਤਾਂ ਇਹ ਕੀ ਹੈਗਾ ਕਹਿੰਦੇ ਇਹ ਦੋਹਾਂ ਨੂੰ ਪ੍ਰਭਾਵਿਤ ਕਰਦੀ ਹੈ। ਅਸਾਧਾਰਨ ਲਾਭ ਕੀ ਹੈਗੇ ਨੇ ਅਹਿਸਾਸ ਵੀ ਕਰਵਾਉਂਦੀ ਹੈ ਤੇ ਭਾਵਨਾਵਾਂ ਨੂੰ ਵੀ ਲਾਭ ਪਹੁੰਚਾਉਂਦੀ ਹੈ। ਤਾਂ ਜਿਹੜਾ ਅਨੁਭਵੀ ਸਿੱਖਣਾ ਹੈਗਾਗਾ ਉਹਦੇ ਭਵਿੱਖ ਦੇ ਸਿੱਖਣ ਦੇ ਵਿੱਚ ਅਸਾਧਾਰਨ ਲਾਭ ਵੀ ਸਾਨੂੰ ਸ਼ਾਮਲ ਹੁੰਦੇ ਦਿਖਦੇ ਹਨ। ਦੇਖੋ ਇੱਕ ਪਹਿਲਾਂ ਹੀ ਆਪਾਂ ਇੱਕ ਮਾਨਸਿਕਤਾ ਪਰਿਵਰਤਨ ਦੇ ਵਿੱਚ ਜਾਂ ਇੱਕ ਲੋੜੀਂਦੇ ਕੌਸ਼ਲ ਦੇ ਵਿੱਚ ਆਪਾਂ ਇਹਦੇ ਵਿੱਚ ਉਦਾਹਰਨ ਦਿੱਤੀ ਸੀ ਕਿ ਮੁਲਾਜ਼ਮਾਂ ਦੀ ਏਮਪਲੋਇਮੈਂਟ ਦੀ, ਇਹਦੇ ਵਿੱਚ ਆਪਾਂ ਇੱਕ ਤੈਰਾਕੀ ਦੀ ਉਦਾਹਰਨ ਲੈ ਕੇ ਚੱਲੇ, ਇੱਕ ਖੇਡ ਦੇ ਮੈਦਾਨ ਦੇ ਵਿੱਚ ਖਿਡਾਰੀ ਦੀ ਗੱਲ ਲੈ ਕੇ ਚੱਲੇ, ਤਾਂ ਉਹ ਜੇ ਦੋਨਾਂ ਦੀ ਗੱਲ ਕਰੀਏ ਇੱਕ ਏਮਪਲੋਇਮੈਂਟ ਦੀ ਤੇ ਇੱਕ ਪਲੇਅਰ ਦੀ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਤਾਂ ਜ਼ਰੂਰ ਹੁੰਦਾ ਜੀ ਮੈਨੂੰ ਕਿਤੇ ਨਾ ਕਿਤੇ ਕੁਝ ਤਾਂ ਲਾਭ ਮਿਲਿਆ ਹੈ। ਮਤਲਬ ਇਹ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਲਿਖ ਰਹੇ ਹਾਂ ਤਾਂ ਸਾਨੂੰ ਐਟ ਦੀ ਟਾਈਮ ਹੀ ਸਾਡਾ ਇੱਕ ਮਾਈਂਡ ਐਕਚੁਅਲ ਦੇ ਵਿੱਚ ਸੈਟਅਪ ਹੋ ਜਾਊਗਾ ਔਰ ਸਾਨੂੰ ਉਹਦੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਸਾਨੂੰ ਉਹਦੇ ਲਾਭ ਮਿਲਣੇ ਸ਼ੁਰੂ ਹੋ ਜਾਣਗੇ। ਨਹੀਂ, ਜਿਹੜੇ ਲਾਭ ਹੁੰਦੇ ਨੇ ਉਹ ਹੌਲੀ ਹੌਲੀ ਜਿਵੇਂ ਜਿਵੇਂ ਜਿਸ ਪ੍ਰੋਜੈਕਟ ਦੇ ਅਧੀਨ ਅਸੀਂ ਜੋ ਕਿਰਿਆਵਾਂ ਕਰਦੇ ਜਾਂਦੇ ਹੁੰਦੇ ਆ ਤਾਂ ਉਹਦੇ ਹੌਲੀ ਹੌਲੀ ਜਿਵੇਂ ਜਿਵੇਂ ਉਹਦੀ ਅਸੈਸਮੈਂਟ ਹੁੰਦੀ ਹੈ, ਅੰਕਲਨ ਜਾਂ ਉਹਦਾ ਮਾਪਣ ਦੀ ਕਿਰਿਆ ਜਿਵੇਂ ਜਿਵੇਂ ਉਹਦੇ ਇੱਕ ਸਧਾਰਨ ਰੂਪ ਦੇ ਵਿੱਚ ਉਹਦੇ ਨਤੀਜੇ ਜਦੋਂ ਸ਼ਾਮਲ ਹੁੰਦੇ ਹਨ ਜਾਂ ਨਤੀਜੇ ਜਦੋਂ ਆਉਂਦੇ ਹਨ ਸਿੱਟੇ ਨਿਕਲਦੇ ਹਨ ਇੱਕ ਸਕਾਰਾਤਮਕ ਰੂਪ ਦੇ ਵਿੱਚ ਇੱਕ ਸਾਰਥਕ ਰੂਪ ਦੇ ਵਿੱਚ, ਤਾਂ ਉਹ ਕੀ ਹੋ ਗਿਆ ਜੀ ਸਾਡੇ ਲਈ ਉਹ ਕੀ ਕਰਦੇ ਨੇ ਅਸਾਧਾਰਨ ਲਾਭ ਦੇ ਵਿੱਚ ਸ਼ਾਮਲ ਹੁੰਦੇ ਹਨ ਇੱਕ ਅਨੁਭਵੀ ਸਿੱਖਣ ਦੇ ਕਿਰਿਆਵਾਂ ਦੇ ਰਾਹੀਂ ਕਿਹਦੇ ਲਈ ਭਵਿੱਖ ਦੇ ਸਿੱਖਣ ਦੇ ਵਿੱਚ। ਤਾਂ ਇਹ ਦੇਖੋ ਜਿਹੜਾ ਭਵਿੱਖ ਦਾ ਸਿੱਖਣਾ ਹੈਗਾ ਨਾ ਉਹਦੇ ਲਈ ਅਨੁਭਵੀ ਸਿੱਖਣ ਦੇ ਬਣਾਉਣ ਦੇ ਕਾਰਨ ਇਸੇ ਲਈ ਪੈਦਾ ਹੋਇਆ। ਨੈਕਸਟ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ ਵਿਅਕਤੀਗਤ ਸਿਖਲਾਈ। व्यक्तिगत सिखलाई व्यक्तिगत सिखलाई
ਹੁਣ ਜਿਹੜੀ ਸਾਡੀ ਇੰਡੀਵਿਜੂਅਲੀ ਟ੍ਰੇਨਿੰਗ ਹੈਗੀ ਹੈ, ਦੇਖੋ ਇੱਕ ਕਲਾਸਰੂਮ ਦੇ ਵਿੱਚ ਸਾਰਿਆਂ ਦੇ ਲਈ ਜੋ ਲਰਨਰਸ ਦੇ ਲਈ ਇੱਕ ਟੀਚਿੰਗ ਦਿੱਤੀ ਜਾਂਦੀ ਹੈ, ਇੱਕ ਅਧਿਆਪਨ ਕਿਰਿਆਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਵੱਖ-ਵੱਖ ਮੈਥਡਸ ਦੇ ਰਾਹੀਂ ਗਿਆਨ ਜਿਹੜਾ ਹੈਗਾ ਪ੍ਰਤੱਖ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ। ਤਾਂ ਕੁਝ ਸਿਖਿਆਰਥੀ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਸਿਖਲਾਈ ਜਿਹੜੀ ਹੁੰਦੀ ਆ ਉਹ ਵਿਅਕਤੀਗਤ ਰੂਪ ਵਿੱਚ ਆਪਣੇ ਆਪ ਹੀ ਕੁਝ ਪ੍ਰਯੋਜਨ ਕਰਨ ਲੱਗ ਜਾਂਦੇ ਨੇ, ਮਤਲਬ ਕੁਝ ਨਾ ਕੁਝ ਖੁਦ ਆਪ ਐਕਟੀਵਿਟੀਜ਼ ਕਰਨ ਲੱਗ ਜਾਂਦੇ ਹਨ, ਐਕਸਪੈਰੀਮੈਂਟ ਕਰਨ ਲੱਗ ਜਾਂਦੇ ਹਨ। ਤਾਂ ਉਹ ਕਿਸੇ ਨਾ ਕਿਸੇ ਕਿਰਿਆ ਦੇ ਵਿੱਚ ਆ ਕੇ ਉਹਨਾਂ ਨੂੰ ਕੀ ਹੁੰਦਾ ਹੈ, ਇੱਕ ਅਨੁਭਵ ਹੁੰਦਾ ਹੈ, ਇੱਕ ਰਿਅਲਾਈਜ਼ੇਸ਼ਨ ਹੁੰਦੀ ਹੈ, ਜਿਸ ਦੇ ਨਤੀਜੇ ਉਹਨਾਂ ਨੂੰ ਖੁਦ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ ਹਨ। ਤਾਂ ਲਾਈਕ ਇਹਦੇ ਵਿੱਚ ਜਿਵੇਂ ਮੈਂ ਐਗਜ਼ਾਮਪਲ ਦੇਵਾਂ ਕਿ ਜਿਹੜੀ ਵਿਅਕਤੀਗਤ ਸਿਖਲਾਈ ਹੈਗੀ ਹੈ, ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਇੱਕ ਗੱਲ ਹੈਗੀ, ਕਹਿੰਦੇ ਵਿਦਿਆਰਥੀ ਸਿੱਖਣ ਨਹੀਂ ਜਾਂਦੇ ਹੁੰਦੇ, ਸਗੋਂ ਸਿੱਖਣਾ ਉਹਨਾਂ ਕੋਲ ਖੁਦ ਆਪਣੇ ਆਪ ਆਉਂਦਾ ਹੈ। ਸਿੱਖਣਾ ਕੀ ਹੈਗਾ, ਵਿਦਿਆਰਥੀ ਕੋਲੇ ਖੁਦ ਆਪਣੇ ਆਪ ਆਉਂਦਾ ਹੈ। ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਸਿੱਖਣਾ ਵਿਦਿਆਰਥੀ ਕੋਲ ਖੁਦ ਚੱਲ ਕੇ ਆਉਂਦਾ ਹੈ, ਲਓ ਜੀ। ਹੁਣ ਦੇਖੋ ਸਿਖਿਆਰਥੀ ਕੁਝ ਐਕਟੀਵਿਟੀਜ਼ ਕਰ ਰਿਹਾ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਕਿਰਿਆਵਾਂ ਜਿਹੜੀਆਂ ਹੈਗੀਆਂ ਨੇ ਐਕਚੁਅਲ ਦੇ ਵਿੱਚ ਕੀ ਇਹ ਸਿੱਖਣ ਦੇ ਰੂਪ ਦੇ ਵਿੱਚ ਸ਼ਾਮਲ ਹੁੰਦੀਆਂ ਹਨ। ਇਹਦੇ ਵਿੱਚ ਮੈਂ ਐਗਜ਼ਾਮਪਲ ਦੇ ਦਿੰਦਾ, ਆਪਾਂ ਕਈ ਵਿਸ਼ਿਆਂ ਦੇ ਤਹਿਤ ਆਪਾਂ ਗਿਆਨ ਹਾਸਲ ਕਰਕੇ ਆਏ ਹਾਂ ਔਰ ਹਾਸਲ ਕਰਦੇ ਰਹਾਂਗੇ ਔਰ ਕਰ ਰਹੇ ਹਾਂ। ਤਾਂ ਕਿਸੇ ਦਾ ਇੱਕ ਅਧਿਆਪਨ ਕਿਰਿਆਵਾਂ ਦੇ ਵਿੱਚ ਇੱਕ ਅਧਿਆਪਕ ਦਾ ਕੀ ਰੋਲ ਹੁੰਦਾ ਕਿ ਮੈਂ ਉਹਨਾਂ ਨੂੰ ਪ੍ਰਤੱਖ ਗਿਆਨ ਦੇ ਕੇ, ਉਦਾਹਰਣ ਸਹਿਤ ਉਹਨਾਂ ਨੂੰ ਪ੍ਰੈਕਟੀਕਲੀ ਗਿਆਨ ਦੇ ਕੇ ਉਹਨਾਂ ਦੀ ਸਮਝ ਜਾਂ ਉਹਨਾਂ ਦੀ ਸੂਝ-ਬੂਝ ਨੂੰ ਇੱਕ ਗਤੀਸ਼ੀਲ ਅਵਸਥਾ ਦੇ ਵਿੱਚ ਸ਼ਾਮਲ ਕੀਤਾ ਜਾਵੇ। ਹੁਣ ਉਹ ਤਾਂ ਹੀ ਹੋਊਗਾ ਜੇਕਰ ਲਰਨਰ ਦੇ ਵਿੱਚ ਅੰਡਰਸਟੈਂਡਿੰਗ ਲੈਵਲ ਬਣਿਆ ਹੋਊ ਔਰ ਉਹ ਕੌਨਸ਼ੀਅਸ ਹੋਊਗਾ, ਉਹਦਾ ਮਾਈਂਡ ਸੈਟਅਪ ਹੋਊਗਾ, ਤਾਂ ਹੀ ਉਹਦੇ ਵਿੱਚ ਚੇਂਜਿੰਗਸ ਆ ਸਕਦੀਆਂ ਹਨ। ਤਾਂ ਅਨੁਭਵੀ ਸਿੱਖਣ ਦਾ ਇੱਕ ਬਣਾਉਣ ਦਾ ਫਿਊਚਰ ਦੇ ਵਿੱਚ ਇੱਕ ਲਰਨਿੰਗ ਲੈ ਕੇ ਆਉਣ ਦੇ ਲਈ ਉਹਨਾਂ ਨੇ ਕੀ ਕਹਿੰਦੇ ਇੱਕ ਵਿਅਕਤੀਗਤ ਸਿਖਲਾਈ ਵੀ ਵੇਖੀ ਜਾਂਦੀ ਹੈ। ਕੀ ਕਹਿੰਦੇ ਨੇ, ਕਹਿੰਦੇ ਜਿਹੜਾ ਸਿੱਖਣਾ ਹੁੰਦਾ ਵਿਦਿਆਰਥੀ ਕੋਲੋਂ ਖੁਦ ਚੱਲ ਕੇ ਆਉਂਦਾ, ਨਾ ਕਿ ਵਿਦਿਆਰਥੀ ਨੂੰ ਧੱਕੇ ਨਾਲ ਸਿਖਾਇਆ ਜਾਂਦਾ। ਤਾਂ ਅਨੁਭਵ ਕੀ ਹੋਇਆ, ਖੁਦ ਕਰਕੇ ਦੇਖਣਾ, ਕਾਰਜ ਕਰਕੇ ਦੇਖਣਾ, ਹੈਨਾ। ਤਾਂ ਉਹ ਕਾਰਜ ਕਰਕੇ ਦੇਖਣਾ ਹੀ ਐਕਚੁਅਲ ਦੇ ਵਿੱਚ ਸਾਡੀ ਕੀ ਹੈਗੀ, ਇੱਕ ਸਿਖਲਾਈ ਹੈ, ਖੁਦ ਦੀ ਆਪਣੀ ਸੈਲਫ ਰਿਅਲਾਈਜ਼ੇਸ਼ਨ ਹੈ, ਸਾਡਾ ਸੈਲਫ ਰਿਫਲੈਕਸ਼ਨ ਹੈ, ਸਾਡੀ ਸੈਲਫ ਰਿਵਿਊ ਹੈ। ਜਦੋਂ ਅਸੀਂ ਕਿਸੇ ਕਾਰਜ ਨੂੰ ਕਰਨਾ ਹੋ ਤਾਂ ਉੱਥੇ ਸਾਡੇ ਕੋਲੇ ਅਧਿਆਪਨ ਦੁਆਰਾ ਜੋ ਸਾਨੂੰ ਇੱਕ ਅਸੀਂ ਐਜ਼ ਅ ਲਰਨਰ ਤੌਰ ਤੇ ਅਸੀਂ ਸਿੱਖਿਆ ਸੀ ਕਿਰਿਆਵਾਂ ਕਰਕੇ, ਤਾਂ ਉਹਨਾਂ ਕਿਰਿਆਵਾਂ ਦਾ ਕੁਝ ਅੰਸ਼ ਕੁਝ ਪਾਰਟ ਲੈ ਕੇ ਅਸੀਂ ਉਹਨਾਂ ਗਤੀਵਿਧੀਆਂ ਨੂੰ ਫਿਊਚਰ ਦੇ ਵਿੱਚ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਉਹ ਕੋਸ਼ਿਸ਼ ਦੇ ਦੌਰਾਨ ਜੋ ਸਾਡੇ ਕੋਲ ਸਾਰਥਕ ਨਤੀਜੇ ਆਉਣਗੇ, ਐਕਚੁਅਲੀ ਉਹੀ ਕੀ ਹੈਗੀ, ਇੱਕ ਵਿਅਕਤੀਗਤ ਦੀ ਕੀ ਹੈਗੀ ਹੈ, ਸਿਖਲਾਈ। ਨੈਕਸਟ ਸਾਡੇ ਕੋਲੇ ਜਿਹੜਾ ਸਬ ਪੁਆਇੰਟ ਹੈਗਾ ਜੀ, ਆਕਲਨ ਦੇ ਸ਼ੁੱਧ ਤੇ ਸਹੀ ਨਤੀਜੇ। ਆਕਲਨ ਦੇ ਸ਼ੁੱਧ ਤੇ ਸਹੀ ਨਤੀਜੇ। ਆਕਲਨ ਦੇ ਸ਼ੁੱਧ ਅਤੇ ਸਹੀ ਨਤੀਜੇ, ਇਹ ਸਾਡੇ ਕੋਲੇ ਸਬ ਪੁਆਇੰਟ ਹੈ ਜੀ। ਆਕਲਨ ਜਿਹੜਾ ਹੈਗਾ ਸਾਡੇ ਕੋਲੇ ਉਹਨੂੰ ਕਹਿੰਦੇ ਅਸੀਂ ਸ਼ੁੱਧ ਅਤੇ ਸਹੀ ਨਤੀਜੇ ਦੇ ਰੂਪ ਦੇ ਵਿੱਚ ਦੇਖਦੇ ਹਾਂ। ਨੋ ਡਾਊਟਸ, ਜਦੋਂ ਅਸੀਂ ਕਹਿੰਦੇ ਕਿ ਅਨੁਭਵੀ ਸਿੱਖਣ ਦੀ ਜਦੋਂ ਅਸੀਂ ਕਿਰਿਆ ਦੇ ਵਿੱਚ ਸ਼ਾਮਲ ਹੁੰਨੇ ਆ, ਤਾਂ ਜਿਹੜੀਆਂ ਐਕਟੀਵਿਟੀਜ਼ ਅਸੀਂ ਕੀਤੀਆਂ ਹੁੰਦੀਆਂ ਉਹ ਸਾਨੂੰ ਪਿਉਰੀਫਾਈ ਔਰ ਐਕੂਰੇਟ ਸਾਨੂੰ ਉਹਦੇ ਰਿਜ਼ਲਟ ਮਿਲਦੇ ਨੇ ਜਦੋਂ ਅਸੀਂ ਉਹਨਾਂ ਦੀ ਅਸੈਸਮੈਂਟ ਕਰਕੇ ਦੇਖਦੇ ਹਾਂ। ਆਪਾਂ ਟੌਪਿਕ ਪੜ੍ਹ ਰਹੇ ਹਾਂ, ਟੌਪਿਕ ਦੇ ਵਿੱਚ ਆਪਾਂ ਸਟਾਰਟਿੰਗ ਕਿਵੇਂ ਕੀਤੀ, ਇੰਟਰੋਡਕਸ਼ਨ ਤੋਂ ਲੈ ਕੇ ਕਨਸੈਪਟ ਤੋਂ ਲੈ ਕੇ ਡੈਫੀਨੇਸ਼ਨਸ ਤੋਂ ਲੈ ਕੇ ਉਹਨਾਂ ਦੀ ਜਿਵੇਂ ਜਿਵੇਂ ਇੰਪੋਰਟੈਂਸ ਜਾਂ ਕੈਰੈਕਟਰਿਸਟਿਕਸ ਜਾਂ ਆਪਾਂ ਸਕੋਪ ਦੀ ਗੱਲ ਕੀਤੀ ਜਾਂ ਆਪਾਂ ਇਸ਼ੂਜ਼ ਰੀਜ਼ਨਸ ਆਪਾਂ ਦੇਖ ਰਹੇ ਹੈਗੇ ਆ, ਪੜ੍ਹ ਰਹੇ ਹਾਂ
ਜਾਂ ਆਪਾਂ ਪਹਿਲਾਂ ਪੜ੍ਹ ਕੇ ਆਏ ਸੀ ਤਾਂ ਆਪਾਂ ਨੂੰ ਹੁਣ ਇਹ ਲੱਗਦਾ ਹੈ ਕਿ ਆਪਾਂ ਨੂੰ ਹਰ ਸ਼ਬਦ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਇੱਕ ਪ੍ਰਤੱਖ ਰੂਪ ਦੇ ਵਿੱਚ ਹਾਸਲ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਜਿਹੜੀ ਸਾਡੀ ਸੂਝ-ਬੂਝ ਹੈਗੀ ਹੈ, ਜਦੋਂ ਅਸੀਂ ਪਹਿਲਾਂ ਇੱਕ ਇਹੋ ਜਿਹਾ ਲੈਵਲ ਸੀ ਜਿਹੜਾ ਅਸੀਂ ਸਮਝ ਨਹੀਂ ਪਾਉਂਦੇ ਸੀ ਵਿਸ਼ਿਆਂ ਨੂੰ, ਹੌਲੀ-ਹੌਲੀ ਵਿਸ਼ਿਆਂ ਦੇ ਵਿੱਚ ਜਿਵੇਂ-ਜਿਵੇਂ ਅਸੀਂ ਵਿਚਰਨਾ ਸ਼ੁਰੂ ਹੋਏ, ਅਸੀਂ ਕਿਰਿਆਵਾਂ ਦੇ ਰਾਹੀਂ ਉਹਨਾਂ ਕੀ ਕੀਤਾ, ਸਿੱਖਣਾ ਅਸੀਂ ਸ਼ੁਰੂ ਕਰ ਦਿੱਤਾ। ਤਾਂ ਜਿਹੜਾ ਹੁਣ ਇੱਕ ਭਵਿੱਖ ਦਾ ਸਿੱਖਣਾ ਹੈਗਾ ਤਾਂ ਅਨੁਭਵੀ ਸਿੱਖਣ ਕੀ ਕਰਦਾ ਹੈਗਾ, ਜਿਵੇਂ ਇੱਕ ਤੈਰਾਕੀ ਦੀ ਗੱਲ ਕੀਤੀ ਕਿ ਜਦੋਂ ਤੈਰ ਕੇ ਦੇਖੂਗਾ ਸਵਿਮਿੰਗ ਪੂਲ ਦੇ ਵਿੱਚ ਤਾਂ ਪਾਣੀ ਦੀ ਡੂੰਘਾਈ ਤੇ ਉਹਦੇ ਵਿੱਚ એનર્ਜੀ ਕਿੰਨੀ ਹੈਗੀ ਆ, ਕਿੰਨੇ ਟਾਈਮ ਦੇ ਦੌਰਾਨ ਉਹ ਪ੍ਰੈਕਟਿਸ ਕਰਕੇ ਉਸ ਚੀਜ਼ ਨੂੰ ਕੰਪਲੀਟ ਕਰ ਪਾਉਂਦਾ ਹੈ। ਐਕਚੁਅਲੀ ਉਹੀ ਇੱਕ ਉਹਦੀ ਪ੍ਰੈਕਟਿਸ ਦਾ ਸ਼ੁੱਧੀਕਰਨ ਤੇ ਉਹਦੇ ਸਹੀ ਨਤੀਜੇ ਵੀ ਉਹਨੂੰ ਮਿਲ ਸਕਦੇ ਹਨ। ਤਾਂ ਇਹ ਭਵਿੱਖ ਦੇ ਸਿੱਖਣ ਨੂੰ ਇੱਕ ਅਨੁਭਵੀ ਸਿੱਖਣ ਬਣਾਉਣ ਦੇ ਕਾਰਨਾਂ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਹੈ। ਲਾਸਟ ਤੇ ਆਪਾਂ ਇਹਦਾ ਸਬ ਪੁਆਇੰਟ ਹੈਗਾ ਜੀ ਆਪਣੇ ਕੋਲੇ, ਸਿੱਖਿਆਰਥੀ ਨੂੰ ਕਿਤੇ ਵੀ ਲਿਜਾ ਸਕਦਾ ਹੈ, ਸਿੱਖਿਆਰਥੀ ਨੂੰ ਕਿਤੇ ਵੀ ਲਿਜਾ ਸਕਦਾ ਹੈ। ਸਿੱਖਿਆਰਥੀ ਨੂੰ ਕਿਤੇ ਵੀ ਲਿਜਾ ਸਕਦਾ ਹੈ। ਨੂੰ ਕਿਤੇ ਵੀ ਲਿਜਾ ਸਕਦਾ ਹੈ। ਦੇਖੋ ਜਿਹੜਾ ਅਨੁਭਵੀ ਸਿੱਖਣਾ ਹੈਗਾ ਨਾ, ਉਹਦਾ ਇਹ ਇੱਕ ਕਾਰਨ ਬਣਿਆ ਕਿ ਜਦੋਂ ਅਸੀਂ ਵਿਅਕਤੀਗਤ ਤੌਰ ਤੇ ਇੱਕ ਲਰਨਰ ਤੌਰ ਤੇ ਜਦੋਂ ਅਸੀਂ ਕਿਸੇ ਕਿਰਿਆ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਉਹ ਕਿਰਿਆਵਾਂ ਹੀ ਸਾਨੂੰ ਕਿਤੇ ਦੇ ਕਿਤੇ ਉੱਪਰ ਸਾਨੂੰ ਪਹੁੰਚਾ ਦਿੰਦੀਆਂ ਹਨ। ਮਤਲਬ ਜੋ ਅਸੀਂ ਅੱਜ ਮਿਹਨਤ ਕਰ ਲਵਾਂਗੇ, ਜੋ ਅਸੀਂ ਇੱਕ ਅਨੁਭਵ ਤੌਰ ਤੇ ਸਿੱਖ ਲਵਾਂਗੇ ਤਾਂ ਨੋ ਡਾਊਟਸ ਸਾਡੀਆਂ ਜੋ ਅੱਜ ਅਸੀਂ ਅਨੁਭਵ ਕਰਾਂਗੇ, ਕਿਰਿਆਵਾਂ ਕਰਾਂਗੇ, ਚਾਹੇ ਉਹ ਵਿਸ਼ੇ ਦੇ ਵਿੱਚ ਮਹਾਰਤ ਹਾਸਲ ਕਰਨੀ ਹੋ, ਉਹਦੇ ਲਈ ਸਾਨੂੰ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੇ ਵਿੱਚ ਜਾ ਕੇ ਵੱਖ-ਵੱਖ ਪ੍ਰਯੋਗਿਕ ਕਿਰਿਆਵਾਂ ਕਰਦੇ ਹਾਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰਯੋਗਿਕ ਕਿਰਿਆਵਾਂ ਸਾਡੇ ਲਈ ਕੀ ਹੋਣਗੀਆਂ, ਇੱਕ ਅਨੁਭਵੀ ਸਿੱਖਣ ਦੇ ਵਿੱਚ ਸ਼ਾਮਲ ਹੋਣਗੀਆਂ। ਐਟ ਲੀਸਟ ਆਪਾਂ ਇਸ ਸਿੱਖਿਆਰਥੀ ਨੂੰ ਕਹਿੰਦੇ ਇੱਕ ਹੀ ਪੋਜੀਸ਼ਨ ਤੇ ਨਹੀਂ ਰੱਖਦੀਆਂ, ਇਹਨਾਂ ਦੀ ਪੋਜੀਸ਼ਨਸ ਜਿਹੜੀ ਹੈਗੀ ਆ ਸਮੇਂ ਦੇ ਅਨੁਸਾਰ ਕੀ ਹੈਗੀ ਆ, ਚੇਂਜ ਹੁੰਦੀ ਰਹਿੰਦੀ ਹੈ। ਔਰ ਇਹ ਇੱਕ ਸਿੱਖਣ ਦੇ ਇੱਕ ਸਿੱਖਿਆਰਥੀ ਦੇ ਉੱਪਰ ਡਿਪੈਂਡ ਨਹੀਂ ਹੁੰਦੀ, ਬਹੁਤ ਅਨੇਕਾਂ ਸਿੱਖਿਆਰਥੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਪਰਿਵਰਤਨ ਜਿਹੜੇ ਹੈਗੇ ਨੇ ਸਿੱਖਿਆਰਥੀ ਨੂੰ ਕਿਤੇ ਨਾ ਕਿਤੇ ਲਿਜਾ ਕੇ ਜਿਹੜਾ ਹੈਗਾ ਇੱਕ ਸੰਪੂਰਨ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਕਿਰਿਆਵਾਂ ਜਿਹੜੀਆਂ ਹੈਗੀਆਂ ਨੇ ਸ਼ਾਮਲ ਹੋ ਜਾਂਦੀਆਂ ਹਨ। ਐਟ ਲੀਸਟ ਆਪਣੇ ਕੋਲੇ ਕਨਕਲੂਜਨ ਹੈਗਾ ਜੀ ਲਾਸਟ ਦੇ ਉੱਤੇ। ਕਨਕਲੂਜਨ ਜਿਹੜੀ ਸਾਡੇ ਕੋਲੇ 21ਵੀਂ ਸਦੀ ਹੈਗੀ ਆ, ਉਹਦੇ ਵਿੱਚ ਆਪਾਂ ਦੇਖਦੇ ਹਾਂ ਜਿਹੜਾ ਇੱਕ ਅਨੁਭਵੀ ਸਿੱਖਣਾ ਜਿਹੜਾ ਹੈਗਾ ਉਹਦਾ ਖੇਤਰ ਦੇ ਵਿੱਚ ਬਹੁਤ ਵੱਡਾ ਵਿਆਪਕ ਤੌਰ ਤੇ ਵਿਸ਼ਾਲ ਰੂਪ ਦੇ ਵਿੱਚ ਬਹੁਤ ਵੱਡਾ ਖੇਤਰ ਹੈ। ਕਿਵੇਂ? ਟੈਕਨੋਲੋਜੀ। ਹੁਣ ਦੇਖੋ 21ਵੀਂ ਸਦੀ ਦੇ ਵਿੱਚ ਟੈਕਨੋਲੋਜੀ ਦਾ ਬਹੁਤ ਵੱਡਾ ਰੋਲ ਹੈ। ਟੈਕਨੋਲੋਜੀ ਚਾਹੇ ਉਹ ਪ੍ਰਯੋਗਸ਼ਾਲਾ ਦੇ ਵਿੱਚ ਯੂਜ਼ ਹੋ ਰਹੀ ਹੋਵੇ, ਚਾਹੇ ਕਿਸੇ ਖੇਡ ਦੇ ਮੈਦਾਨ ਦੇ ਵਿੱਚ ਯੂਜ਼ ਹੋ ਰਹੀ ਹੋਵੇ, ਜਾਂ ਆਪਾਂ ਗੱਲ ਕਰ ਲਈਏ ਇਹ ਸਿੱਖਣਾ ਕੀ ਹੈਗਾ, ਐਕਚੁਅਲੀ ਕੀ ਹੈਗਾ ਕਿ ਵਿਦਿਆਰਥੀ ਦੀ ਜੀਵਨ ਭਰ ਚੱਲਣ ਵਾਲੀ ਇੱਕ ਸਿੱਖਣ ਲਈ ਉਸ ਨੂੰ ਤਿਆਰ ਕਰਦਾ ਹੈ। ਤਾਂ ਉਹ ਕੀ ਹੈਗਾ, ਕਹਿੰਦੇ ਆਪੋ ਆਪਣੇ ਖੇਤਰ ਦੇ ਵਿੱਚ ਕੀ ਹੋ ਜਾਂਦੇ ਹਨ ਜੀ, ਕਾਮਯਾਬ ਹੋ ਜਾਂਦੇ ਹਨ। ਸੋ ਇਹ ਆਪਣਾ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵਿੱਚ ਜਿਹੜਾ ਟੌਪਿਕ ਸੀਗਾ ਭਵਿੱਖ ਦੇ ਸਿੱਖਣ ਨੂੰ ਅਨੁਭਵੀ ਸਿੱਖਣ ਬਣਾਉਣ ਦੇ ਕਾਰਨ, ਆਪਾਂ ਅੱਜ ਕੁਝ ਸਬ ਪੁਆਇੰਟਸ ਦੇ ਨਾਲ ਇਸ ਨੂੰ ਆਪਾਂ ਡਿਸਕਸ ਕੀਤਾ, ਆਪਾਂ ਇਹਦਾ ਕਨਕਲੂਜਨ ਵੀ ਕਲੀਅਰ ਕਰ ਲਿਆ। ਸੋ ਆਪਾਂ ਇਸ ਨੂੰ ਪੂਰਾ ਕਰਦੇ ਇਸ ਟੌਪਿਕ ਨੂੰ ਆਪਾਂ ਨੈਕਸਟ ਟੌਪਿਕ ਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।